सजे ने सरताज वे इना रंगता खुमारियां भी चाड़ियां तू रीझां का तो डकियां ने आ सारी दुनिया पंजाब जही लगदी ओ पूरियां तरक्कियां ने। ਸਤਿ ਸ਼੍ਰੀ ਅਕਾਲ ਦੋਸਤੋ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਡੇ ਪੇਜ ਤੇ ਅੱਜ ਦੋਸਤੋ ਲੈ ਕੇ ਹਾਜ਼ਰ ਹੋਏ ਆ ਆਪਣਾ ਇਟਲੀ ਦੀ ਡੌਂਕੀ ਦਾ ਪਾਰਟ 2। ਇਹ ਦੱਸਾਂਗੇ ਵੀ ਗਰੀਸ ਤੱਕ ਆਪਾਂ ਪਹੁੰਚ ਗਏ ਸੀਗੇ, ਪਰ ਹਜੇ ਆਪਣੀ ਡੌਂਕੀ ਖਤਮ ਨਹੀਂ ਹੋਈ ਸੀ ਦੋਸਤੋ, ਕਿਉਂਕਿ ਇਸ ਤੋਂ ਅੱਗੇ ਜਾਣਾ ਸੀ ਇਟਲੀ। ਤੇ ਇਹਦਾ ਕਰਕੇ ਅੱਜ ਪਾਰਟ 2 ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ। ਜਿਹੜੇ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਨਾਲ ਬੈਲ ਆਈਕਨ ਨੱਪ ਕੇ ਆਲ ਤੇ ਕਲਿੱਕ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਤੇ ਲਓ ਜੀ ਦੋਸਤੋ, ਕਰਦੇ ਹਾਂ ਸ਼ੁਰੂ। ਤੇ ਜਿਵੇਂ ਪਿਛਲੀ ਵੀਡੀਓ 'ਚ ਆਪਾਂ ਦੱਸਿਆ ਬਈ ਗਰੀਸ ਤੱਕ ਆਪਾਂ ਕਿਵੇਂ ਪਹੁੰਚੇ। ਲਓ ਜੀ, ਗਰੀਸ ਆ ਗਏ ਦੋਸਤੋ। ਉਸ ਤੋਂ ਅੱਗੇ ਗਰੀਸ ਇੱਕ ਇਹੋ ਜਿਹਾ ਮੁਲਕ ਹੈ ਯੂਰਪ ਦਾ, ਪਰ ਉੱਥੇ ਕੰਮਕਾਰ ਵੀ ਘੱਟ ਆ ਅਤੇ ਸੈਟਿੰਗ ਬੰਦੇ ਦੀ ਨਹੀਂ ਬਹਿੰਦੀ। ਉਹ ਗਰੀਸ ਸਾਰੇ ਯੂਰਪ ਨਾਲੋਂ ਤਕਰੀਬਨ ਅਲੱਗ ਪੈ ਜਾਂਦਾ, ਟਾਪੂ 'ਤੇ ਪੈ ਜਾਂਦਾ, ਜਿਹਦੇ ਨਾਲ ਯੂਰਪ ਦਾ ਕੋਈ ਮੁਲਕ ਨਹੀਂ ਲੱਗਦਾ। ਇਸ ਕਰਕੇ ਉੱਥੇ ਸੈਟਿੰਗ ਨਹੀਂ ਬਹਿੰਦੀ ਗੀ। ਅਤੇ ਕਿਉਂਕਿ ਉਹਦੇ ਚਾਰੇ ਪਾਸੇ ਗਰੀਸ ਦੇ ਸਮੁੰਦਰ ਪੈ ਜਾਂਦਾ, ਉੱਥੋਂ ਵੀ ਫਿਰ ਡੌਂਕੀ ਲਾਉਣੀ ਪੈਣੀ ਸੀ ਇਟਲੀ ਜਰਮਨ ਵਗੈਰਾ 'ਚ ਵੜਨ ਵਾਸਤੇ ਦੋਸਤੋ। ਚਲੋ ਜੀ, ਉੱਥੇ 5-6 ਮਹੀਨੇ ਕੰਮ ਕੀਤਾ, ਮਾੜਾ ਮੋਟਾ ਜਿੰਨਾ ਕੁ ਮਿਲਿਆ ਟਾਈਮ ਪਾਸ ਜੋਗਾ। ਉੱਥੇ ਰਿਸ਼ਤੇਦਾਰਾਂ ਕੋਲ ਰਹੇ, ਥੋੜ੍ਹਾ ਬਹੁਤ ਕੰਮ ਕੀਤਾ। ਉੱਥੋਂ ਫਿਰ ਜੀ ਗੇਮ ਬਣੀ। ਇਟਲੀ ਮੇਰਾ ਵੱਡਾ ਭਾਈ ਸੀ, ਉਹਨੇ ਮੈਨੂੰ ਆਪਣੇ ਪੇਪਰ ਰਿਸਕ ਲੈ ਕੇ ਆਪਣੇ ਪੇਪਰ ਮੈਨੂੰ ਭੇਜੇ ਵੀ ਮੇਰੇ ਪੇਪਰਾਂ 'ਤੇ ਚੜ੍ਹਿਆ। ਚਲੋ ਜੀ, ਉਹਦੇ ਪੇਪਰ ਲੈ ਕੇ ਏਅਰਪੋਰਟ ਗਿਆ। ਏਅਰਪੋਰਟ ਜਾ ਕੇ ਜਦੋਂ ਇਮੀਗ੍ਰੇਸ਼ਨ ਹੋਣ ਲੱਗੀ ਅਤੇ ਉਹਦੀ ਫੋਟੋ ਨਾਲ ਮੇਰੀ ਫੋਟੋ ਮੈਚ ਨਹੀਂ ਕੀਤੀ। ਉੱਥੇ ਉਹਦੇ ਪੇਪਰ ਫੜੇ ਗਏ ਅਤੇ ਉਹਦੇ ਪੇਪਰ ਤਾਂ ਗਏ ਅਤੇ ਮੈਨੂੰ ਤਾਂ ਬਰੰਗ ਚਿੱਠੀ ਵਾਂਗੂ ਉਹਨਾਂ ਨੇ ਏਅਰਪੋਰਟ ਤੋਂ ਵਾਪਸ ਕਰਤਾ। ਕਹਿੰਦੇ ਵੀ ਜਾਵੜਾ ਜਿਹੜੇ ਘਰੋਂ ਆਇਆ। ਚਲੋ ਜੀ, ਉੱਥੋਂ ਫਿਰ ਮੈਂ ਵਾਪਸ ਆ ਗਿਆ। ਫਿਰ 2-4 ਮਹੀਨੇ ਰਿਹਾ ਮੈਂ ਉੱਥੇ। ਫਿਰ ਇੱਕ ਗੇਮ ਬਣੀ ਕਿਸੇ ਦੇ ਇੱਦਾਂ ਹੀ ਪੇਪਰਾਂ 'ਤੇ। ਚਲੋ ਜੀ, ਮਹਾਰਾਜ ਦੀ ਕਿਰਪਾ ਹੋਈ, ਉੱਥੋਂ ਫਲੈਟ ਫੜੀ, ਕੋਈ ਚੈਕਿੰਗ ਇੰਨੀ ਹੋਈ ਨਹੀਂ ਉਸ ਟਾਈਮ। ਅਤੇ ਮੈਂ ਜੀ ਲੈਂਡ ਕਰ ਗਿਆ ਫਰਾਂਸ ਦੀ ਧਰਤੀ 'ਤੇ, ਪੈਰਿਸ ਆ ਗਿਆ ਦੋਸਤੋ। ਪੈਰਿਸ ਰਹੇ, ਪੈਰਿਸ ਸੀਗੇ ਪਿੰਡ ਦੇ ਬੰਦੇ, ਯਾਰ ਦੋਸਤ ਸੀਗੇ, ਉੱਥੇ ਰਹੇ, ਉਹਨਾਂ ਕੋਲ ਗਏ, ਉਹਨਾਂ ਕੋਲ ਕੰਮ ਕਾਰ ਕੀਤਾ। ਲਓ ਜੀ ਦੋਸਤ, 3-4 ਸਾਲ ਪੈਰਿਸ ਕੰਮ ਕਾਰ ਕੀਤਾ ਰੈਸਟੋਰੈਂਟ ਦਾ। ਅਤੇ ਰੈਸਟੋਰੈਂਟ ਦਾ ਕੰਮ ਕਰ ਪੈਰਿਸ ਦਾ ਬਹੁਤ ਸੋਹਣੇ ਕੰਮ ਆ, ਪਰ ਪੇਪਰ ਹੈ ਨਹੀਂ ਸੀ ਦੋਸਤੋ। ਡਰ ਕੇ ਕੰਮ ਕਰੀਦਾ ਸੀ, ਡਰ ਕੇ ਕੰਮ ਕਰਦੇ 2-3 ਸਾਲ ਲੰਘ ਗਏ। ਅਤੇ ਉਸ ਤੋਂ ਬਾਅਦ ਪੈ ਗਿਆ ਜੀ ਛਾਪਾ, ਹੋ ਗਿਆ ਕੰਟਰੋਲਾ ਪੁਲਿਸ ਦਾ, ਫੜੇ ਗਏ ਅਸੀਂ। ਉਹਨਾਂ ਨੇ ਚੱਕ ਕੇ ਸਾਨੂੰ ਜੇਲ੍ਹ 'ਚ ਠੋਕਿਆ। ਸਾਡੇ ਕੋਲ ਕੋਈ ਪ੍ਰੂਫ, ਜਿੰਨਾ ਚਿਰ ਦੋਸਤੋ ਇਹਨਾਂ ਮੁਲਕਾਂ 'ਚ ਤੁਹਾਡੇ ਕੋਲ ਪ੍ਰੂਫ ਜਾਂ ਪਾਸਪੋਰਟ ਨਹੀਂ ਫੜਾਇਆ ਜਾਂਦਾ ਉਨਾ ਚਿਰ ਡਿਪੋਰਟ ਨਹੀਂ ਕਰਦੇ ਗੇ ਇਹ। ਉਹਨਾਂ ਨੇ ਜੀ 2-3 ਦਿਨ ਉੱਥੇ ਰੱਖ ਕੇ ਫਿਰ ਸਾਨੂੰ ਕੰਟਰੀ ਆਊਟ ਦੇ ਕੇ ਛੱਡਤਾ। ਲਓ ਜੀ, ਉੱਥੇ ਗੱਲ ਨਹੀਂ ਬਣੀ, ਜਰਮਨ ਪਹੁੰਚ ਗਏ। ਉੱਥੋਂ ਬੱਸ ਫੜੀ, ਕਿਉਂਕਿ ਇਹ ਮੁਲਕਾਂ 'ਚ ਦੋਸਤੋ ਬੱਸਾਂ 'ਤੇ ਜਿੱਧਰ ਮਰਜ਼ੀ ਜਿਹੜੇ ਮਰਜ਼ੀ ਮੁਲਕ 'ਚ ਤੁਸੀਂ ਜਾ ਸਕਦੇ ਆ। ਬੱਸ ਫੜੀ, ਆਪਾਂ ਜਰਮਨ ਪਹੁੰਚ ਗਏ। ਜਰਮਨ ਵੀ ਦੋਸਤੋ ਕੰਮ ਕੀਤਾ ਰੈਸਟੋਰੈਂਟ ਦਾ 6 ਮਹੀਨੇ, ਸਾਲ ਕੀਤਾ ਜਰਮਨ ਕੰਮ। ਉੱਥੇ ਵੀ ਸਖਤਾਈ ਵਾਲੀ ਸੀ, ਬਿਨਾਂ ਪੇਪਰਾਂ ਤੋਂ ਨਹੀਂ ਗੱਲ ਬਣਦੀ ਸੀ ਦੋਸਤੋ। ਚਲੋ ਜੀ, ਫਿਰ ਪੈਰਿਸ ਆ ਗਏ, ਫਰਾਂਸ ਫਿਰ ਆ ਗਏ। ਉਸ ਟਾਈਮ 'ਚ ਦੋਸਤੋ ਇਮੀਗ੍ਰੇਸ਼ਨ ਖੁੱਲ੍ਹ ਚੁੱਕੀ ਸੀ ਇਟਲੀ ਦੀ ਪੱਕੇ ਕਰਨ ਦੀ। ਚਲੋ ਜੀ, ਬੱਸ ਫੜਿਆ ਕਰਨੀ। ਆਪਣੇ ਪੇਪਰ ਮੈਂ ਜਮ੍ਹਾਂ ਕਰਾਏ, ਇੱਥੇ ਬ੍ਰਦਰ ਨੇ, ਵੱਡੇ ਭਾਈ ਨੇ ਮੇਰੇ ਪੇਪਰ ਮੇਰੇ ਜਮ੍ਹਾਂ ਕਰਵਾਤੇ ਸੀਗੇ। ਅਤੇ ਜਿਸ ਕਰਕੇ ਮੈਨੂੰ ਪੇਪਰ ਇੱਥੋਂ ਦੇ ਇਟਲੀ ਦੇ ਮਿਲ ਗਏ ਸੀ। ਇਟਲੀ ਦੇ ਪੇਪਰ ਤਾਂ ਮਿਲ ਗਏ ਸੀ, ਪਰ ਇੱਥੇ ਕੰਮ ਨਹੀਂ ਸੀ ਮਿਲ ਰਿਹਾ, ਕਿਉਂਕਿ ਬੋਲੀ ਨਹੀਂ ਸੀ ਆਉਂਦੀ ਦੋਸਤੋ। ਚਲੋ ਜੀ, ਇੱਥੋਂ ਦੇ ਪੇਪਰ ਲੈ ਕੇ ਫਿਰ ਫਰਾਂਸ ਚਲ ਗਏ। ਉੱਥੇ ਕੰਮ ਕੀਤਾ ਰੈਸਟੋਰੈਂਟ ਦਾ, 2 ਨੰਬਰ 'ਚ ਹੀ ਕੀਤਾ। ਵੈਸੇ ਕਰ ਨਹੀਂ ਸਕਦੇ ਸੀਗੇ ਇਟਲੀ ਦੇ ਪੇਪਰਾਂ 'ਤੇ ਉੱਧਰ ਕੰਮ, ਕਿਉਂਕਿ ਚੇਂਜ ਵਗੈਰਾ ਕਰਾਉਣੇ ਪੈਂਦੇ ਆ, ਬਹੁਤ ਕੰਮ ਪੈ ਜਾਂਦਾ। ਚਲੋ ਜੀ, ਉੱਥੇ ਕੰਮ ਕਰਦੇ 1-2 ਐਕਸੀਡੈਂਟ ਹੋਏ, ਲੱਤ ਟੁੱਟੀ 2 ਵਾਰੀ ਮੇਰੀ। ਚਲੋ ਬੁਰਾ ਵਕਤ ਸੀ, ਉਹ ਟਲ ਗਿਆ। 2-4 ਮਹੀਨੇ ਦੇ ਵਿੱਚ ਸੈਟਿੰਗ ਹੋ ਗਈ। ਫਿਰ ਜੀ ਉੱਥੋਂ
ਨਹੀਂ ਗੱਲ ਬਣਦੀ ਦੀ ਸੀ। ਵਾਪਸ ਆ ਗਏ ਦੋਸਤੋ ਇਟਲੀ ਦੀ ਧਰਤੀ 'ਤੇ, ਬਈ ਇੱਥੇ ਹੀ ਪੈਰ ਲਾਉਣੇ ਆ। ਚਲੋ ਜੀ, ਇੰਨੇ ਟਾਈਮ ਦੇ ਵਿੱਚ ਵੱਡਾ ਭਾਈ ਸੀ ਜਿਹੜਾ ਉਹ ਅਮਰੀਕਾ ਸ਼ਿਫਟ ਹੋ ਚੁੱਕਾ ਸੀਗਾ। ਮੈਂ ਫੇਰ ਰਹਿ ਗਿਆ ਇਕੱਲਾ ਇਟਲੀ 'ਚ। ਚਲੋ ਇਸ ਤਰ੍ਹਾਂ ਹੀ ਯਾਰਾਂ ਦੋਸਤਾਂ ਕੋਲੇ ਕਿਸੇ ਕੋਲੇ 4 ਦਿਨ, ਕਿਤੇ ਕਿਸੇ ਕੋਲੇ। ਦੋਸਤੋਂ ਕੰਮ ਸ਼ੁਰੂ ਕੀਤਾ ਇਟਲੀ 'ਚ, ਜਾਇਆ ਕਰਨਾ ਦਿਹਾੜੀਆਂ, ਸਾਈਕਲ ਚੱਕਿਆ ਕਰਨੇ, ਸੁਬਾਹ 2-2 ਘੰਟੇ ਸਾਈਕਲ ਚਲਾ ਕੇ ਫਰੂਟਾ ਤੋੜਨ ਜਾਣਾ, ਕਿਤੇ ਸਬਜ਼ੀ ਤੋੜਨ ਜਾਣਾ। ਇਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਟਾਈਮ ਪਾਸ ਕੀਤਾ ਅਤੇ ਮਹੀਨਾ ਕੁ ਇਸ ਤਰ੍ਹਾਂ ਟਾਈਮ ਪਾਸ ਕੀਤਾ। ਉਸ ਤੋਂ ਬਾਅਦ ਮੱਝਾਂ ਦੇ ਸ਼ਤਾਲੇ 'ਚ ਕੰਮ ਮਿਲ ਗਿਆ, ਉੱਥੇ ਲਾਏ 2-4 ਮਹੀਨੇ। ਅਤੇ ਉਸ ਤੋਂ ਬਾਅਦ ਫਿਰ ਪੱਥਰ ਦੀ ਫੈਕਟਰੀ 'ਚ ਕੰਮ ਮਿਲਿਆ, ਉੱਥੇ 2-4 ਮਹੀਨੇ ਲਾਏ। ਇਸ ਤਰ੍ਹਾਂ ਦੋਸਤੋ ਕੰਮ ਬਹੁਤ ਕੀਤੇ ਆ, ਕੰਮ ਕੋਈ ਨਹੀਂ ਛੱਡਿਆ। ਕੀਤੇ ਤਾਂ ਬਈ ਬੋਲੀ ਸਿੱਖ ਲੈਂਦੇ ਸੀ, ਹਰੇਕ ਕੰਮ ਬਾਰੇ ਜਾਣਕਾਰੀ ਲੈ ਜਾਂਦੇ ਸੀ, ਵੀ ਜਿਹੜਾ ਕੰਮ ਪੱਕਾ ਮਿਲ ਗਿਆ ਆਪਾਂ ਨੂੰ ਅਤੇ ਉਹ ਆਪਾਂ ਹੱਥ ਜਿਹੜਾ ਕਰ ਲੈਣਾ। ਚਲੋ ਜੀ, ਇਹ ਸਾਰੇ ਕੰਮ ਕਰਦੇ ਕਰਦੇ ਆਪਾਂ ਬਹੁਤ ਖੱਜਲ ਖਰਾਬ ਵੀ ਹੋਏ ਇਸ ਟਾਈਮ ਦੇ ਵਿੱਚ। ਚਲੋ ਪੇਪਰ ਸੀਗੇ ਦੋਸਤੋ ਇਟਲੀ ਦੇ, ਇਸ ਦੌਰ ਦੇ ਵਿੱਚ ਪੇਪਰ ਸੀਗੇ, ਅਤੇ ਪਰ ਕੰਮ ਪੱਕਾ ਹੈ ਨਹੀਂ ਸੀ। ਇਸ ਤਰ੍ਹਾਂ ਹੀ ਆਪਾਂ ਕੰਮ ਕਰਦੇ ਕਿਤੇ ਦਿਹਾੜੀਆਂ ਲਾ, ਕਿਤੇ ਕੁਛ ਕਰ ਬੋਲੀ ਸਿੱਖ ਲਈ ਦੋਸਤੋ। ਕੰਮ ਆ ਗਿਆ, ਕੰਮ ਨਿਕਲਿਆ ਬਹੁਤ ਦੂਰ ਦਾ, 1200 ਕਿਲੋਮੀਟਰ ਜਿੱਥੋਂ ਮੈਂ ਰਹਿੰਦਾ ਸੀ, ਉੱਥੋਂ ਦੇ ਗਾਂਹ ਦੀ ਗਾਂਹ ਦੋਸਤ ਨੇ ਕਿਸੇ ਨੇ ਦੱਸ ਪਾਈ। ਰਾਈਡਿੰਗ ਸਕੂਲ ਦਾ ਕੰਮ ਸੀ। ਉਦੋਂ ਪੈਸਾ ਕੋਲੇ ਹੈ ਨਹੀਂ ਸੀ, ਕਿਸੇ ਤੋਂ 10 ਰੁਪਏ ਫੜ, ਕਿਸੇ ਤੋਂ 15 ਯੂਰੋ ਫੜ ਕੇ ਮੈਂ ਕਿਰਾਇਆ ਟ੍ਰੇਨ ਦਾ ਇਕੱਠਾ ਕੀਤਾ, ਟ੍ਰੇਨ ਫੜੀ, ਕੰਮ 'ਤੇ ਆ ਗਏ। ਇਸ ਕੰਮ 'ਤੇ ਆ ਗਏ ਜਿੱਥੇ ਦੋਸਤੋ ਹੁਣ ਮੈਂ ਹੈਗਾ। ਮੈਨੂੰ ਇਸ ਕੰਮ 'ਤੇ ਤਕਰੀਬਨ 8-9 ਸਾਲ ਹੋ ਗਏ ਲੱਗੇ ਨੂੰ। ਇਹ ਕੰਮ ਮੇਰੇ ਕਰਮਾਂ ਸੀ, ਪੱਕਾ ਕੰਮ ਸੀ, ਰਾਈਡਿੰਗ ਸਕੂਲ ਦਾ, ਘੋੜਿਆਂ ਦਾ ਕੰਮ ਆ। ਅਤੇ ਇਸੇ ਤਰ੍ਹਾਂ ਹੀ ਦੋਸਤੋ ਖੱਜਲ ਖਰਾਬ ਬਹੁਤ ਹੋਏ ਆ, ਪਰ ਇੱਥੇ ਆ ਕੇ ਮੇਰੀ ਸਾਰੀ ਸੈਟਿੰਗ ਹੋ ਗਈ ਆ, ਕਿਉਂਕਿ ਇੱਥੇ ਬੋਲੀ ਆਉਂਦੀ ਸੀਗੀ ਜਿੰਨੀ ਕੁ ਆਪਾਂ ਨੂੰ ਚਾਹੀਦੀ ਸੀਗੀ, ਅਤੇ ਮਾਲਕਾਣਾ ਬਣਾ ਕੇ ਰੱਖੀ, ਸਾਰਾ ਸੈਟਿੰਗ ਕੀਤੀ। ਆਪਣਾ ਪਰਿਵਾਰ ਇੱਥੇ ਬੁਲਾਇਆ, ਪੇਪਰਾਂ ਦਾ ਕਲੀਅਰ ਕਰਕੇ ਪਰਿਵਾਰ ਆ ਗਏ, ਬੱਚੇ ਆ ਗਏ, ਅਤੇ ਇਸ ਟਾਈਮ ਦੋਸਤੋ ਸਾਰੀ ਸੈਟਿੰਗ ਓਕੇ ਆ। ਬੱਚੇ ਸਕੂਲ ਜਾਂਦੇ ਆ ਅਤੇ ਵਾਈਫ ਕੰਮ 'ਤੇ ਜਾਂਦੀ ਆ, ਅਤੇ ਸਾਰਾ ਕੁਛ ਆਪਣੇ ਕੋਲੇ ਆ, ਘਰ-ਬਾਰ ਆਪਣਾ। ਇਸੇ ਤਰ੍ਹਾਂ ਹੀ ਦੋਸਤੋ ਬਈ ਸੈਟਿੰਗ ਹੋ ਜਾਂਦੀ ਆ, ਪਰ ਮੇਰੇ ਹਿਸਾਬ ਨਾਲ ਸੈਟਿੰਗ ਕਰਨ ਨੂੰ, ਜਿਹੜਾ ਨਵਾਂ ਬੰਦਾ ਇੰਡੀਆ ਤੋਂ ਆਉਂਦਾ, ਸੈਟਿੰਗ ਕਰਨ ਨੂੰ ਮੇਰੇ ਹਿਸਾਬ ਨਾਲ ਵੀ ਸਭ ਤੋਂ ਸਹੀ ਮੁਲਕ ਇਟਲੀ ਆ, ਕਿਉਂਕਿ ਇੱਥੋਂ ਦੇ ਲੋਕ ਬਹੁਤ ਮਿਲਣਸਾਰ ਆ। ਬਾਕੀ ਕੰਮਕਾਰ ਤਾਂ ਹੈ, ਚਲੋ ਮਿਲ ਜਾਂਦਾ ਹੌਲੀ ਹੌਲੀ, ਕੰਮਕਾਰ ਵੀ ਠੀਕ ਆ, ਪੈਸੇ ਵੀ ਚੰਗੇ ਬਣ ਜਾਂਦੇ ਆ। ਜੇ ਪੈਸੇ ਵੈਸੇ ਘੱਟ ਬਣਦੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਨੇਡਾ ਅਮਰੀਕਾ ਵਾਲਿਆਂ ਨੂੰ, ਉਹਨੇ ਤਾਂ ਨਹੀਂ, ਬਸ ਟਾਈਮ ਪਾਸ ਜੋਗੇ ਸਹੀ ਆ। ਇੱਥੋਂ ਦੀ ਸੈਟਿੰਗ ਸਹੀ ਹੋ ਜਾਂਦੀ ਆ ਦੋਸਤੋ। ਇੰਨੀ ਕੁ ਸੀਗੀ ਮੇਰੀ ਬਾਕੀ ਦੀ ਡੌਂਕੀ, ਅਤੇ ਇੱਥੋਂ ਤੱਕ ਆ ਕੇ ਆਪਾਂ ਆਪਦੀ ਸਾਰੀ ਸੈਟਿੰਗ ਕੀਤੀ ਆ। ਇਹ ਸੀਗੀ ਆਪਣੀ ਅੱਜ ਦੀ ਡੌਂਕੀ ਦੀ ਲਾਸਟ ਸਟੋਰੀ। ਅਤੇ ਦੋਸਤੋ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਓ, ਕਿਉਂਕਿ ਇਹ ਮੇਰੀ ਇਕੱਲੇ ਦੀ ਸਟੋਰੀ ਨਹੀਂ ਗੀ। ਤਕਰੀਬਨ ਜਿਹੜਾ ਵੀ ਮੇਰਾ ਵੀ ਡੌਂਕੀ 'ਚ ਆਇਆ ਜਾਂ ਵੈਸੇ ਵੀ ਆਉਂਦਾ, ਉਹ ਹਰ ਬੰਦੇ ਦੀ ਇਹ ਸਟੋਰੀ ਆ ਦੋਸਤੋ। ਬਾਹਰੋਂ ਆਏ ਦੀ, ਇੰਡੀਆ ਤੋਂ ਆਏ ਦੀ, ਇੱਧਰਲੇ ਮੁਲਕਾਂ 'ਚ, ਕਿਉਂਕਿ ਇੱਧਰਲੇ ਮੁਲਕਾਂ 'ਚ ਸੈਟਿੰਗ ਇਸੇ ਤਰ੍ਹਾਂ ਹੀ ਹੁੰਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆਪਦੀ ਹੱਡ ਬੀਤੀ। ਕੋਈ ਆਨਸਰ ਇਹਨਾਂ ਮੁਲਕਾਂ 'ਚ ਕੁਰਸੀ 'ਤੇ ਨਹੀਂ ਬਹਿੰਦਾ, ਕੁਰਸੀ ਵਾਲਾ ਕੰਮ ਕਿਸੇ ਨੂੰ ਨਹੀਂ ਮਿਲਦਾ। ਪਹਿਲਾਂ ਪੇਪਰਾਂ ਦੀ ਸੈਟਿੰਗ, ਫਿਰ ਕੰਮ ਦੀ ਸੈਟਿੰਗ, ਬੋਲੀ ਦੀ ਸੈਟਿੰਗ, ਸਾਰਾ ਕੁਛ ਸੈੱਟ ਕਰਕੇ ਬੰਦਾ ਤਕਰੀਬਨ 5-4 ਸਾਲਾਂ ਦੇ ਵਿੱਚ ਆਪਦੇ ਪੈਰਾਂ 'ਤੇ ਸੈੱਟ ਹੁੰਦਾ, ਜੇ ਸਹੀ ਮਿਹਨਤ 'ਚ ਵੇਖਿਆ ਜਾਵੇ ਤਾਂ। ਬਾਕੀ ਦੋਸਤੋ ਇੰਨੀ ਕੁ ਸਟੋਰੀ ਸੀ। ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ, ਕਿਉਂਕਿ ਹੁਣ ਆ ਪੇਪਰਾਂ ਦੇ ਦਿਨ ਨੇੜੇ ਤੇੜੇ, 9 ਮਹੀਨੇ ਵਾਲੇ ਪੇਪਰ ਜਿਹੜੇ ਦੋਸਤਾਂ ਦੇ ਸਵਾਲ ਆ ਰਹੇ ਆ ਵੀ ਖੁੱਲ੍ਹਣ ਵਾਲੇ ਆ ਕਿ ਨਹੀਂ, ਉਹਨਾਂ ਦਾ ਟਾਈਮ ਆ ਚੁੱਕਾ। ਅਕਤੂਬਰ ਦਾ ਮਹੀਨਾ ਚੱਲ ਰਿਹਾ, ਅਕਤੂਬਰ ਨਵੰਬਰ ਦੇ ਮਹੀਨੇ 'ਚ 90-99% ਚਾਂਸ ਹੁੰਦੇ ਆ ਵੀ ਖੁੱਲ੍ਹਣ ਦੇ। ਗੱਲਾਂ ਚੱਲ ਰਹੀਆਂ ਇਟਲੀ 'ਚ, ਸਾਰੇ ਏਜੰਟ ਹਰਕਤਾਂ 'ਚ ਆ ਗਏ ਆ। ਇਹਨਾਂ ਪੇਪਰਾਂ 'ਤੇ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਦੇ, ਜਿਹਨੇ ਨਹੀਂ ਵੇਖੀਆਂ ਆਪਣੇ
ਐਂਡ ਸਕਰੀਨ ਤੇ ਵੀਡੀਓ ਲੱਗੀਆਂ ਉਹ ਵੇਖ ਲਿਓ, ਤੇ ਅੱਗੇ ਤੋਂ ਵੀ ਵੇਖਣ ਵਾਸਤੇ ਤੁਹਾਨੂੰ ਪੇਪਰਾਂ ਦੀ ਨਵੀਂ ਅਪਡੇਟ ਆਪਾਂ ਦਿੰਦੇ ਰਹਿੰਦੇ ਆ। ਇਹ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੇ ਬਸ ਇੰਨੀ ਕੁ ਸਟੋਰੀ ਸੀ ਦੋਸਤੋ, ਧੰਨਵਾਦ, ਮਿਹਰਬਾਨੀ।